ਤੇ ਬਾਕੀ ਭਾਈ ਜਿਹੜੀ ਦੁਸ਼ਟ ਚੌਂਕੜੀ ਹੈ, ਦੁਸ਼ਟ ਭੈੜੇ ਬੰਦਿਆਂ ਦੀ ਕੁਸੰਗਤ ਹੈ, ਉਹ ਫਿਰ ਜੀਵਨ ਨੂੰ ਵਿਗਾੜ ਦਿੰਦੀ ਹੈ। ਇੱਥੇ ਮਹਾਰਾਜ ਦੱਸਦੇ ਹੈ ਕਿ ਦੁਸ਼ਟ ਚੌਕੜੀ ਸਦਾ ਕੂੜ ਕਮਾਵੇ। ਜਿਹੜੇ ਦੁਸ਼ਟ ਭੈੜੇ ਬੰਦਿਆਂ ਦੀ ਕੁਸੰਗਤ ਹੈ, ਮੰਡਲੀ ਹੈ, ਉਹ ਸਦਾ ਝੂਠ ਹੀ ਝੂਠ ਕਮਾਉਣਾ ਕਰਦੀ ਹੈ। ਨਾ ਹੀ ਕਿਸੇ ਤਰ੍ਹਾਂ ਦੀ ਕੋਈ ਸਾਧ ਸੰਗਤ ਜੀ ਵਿਚਾਰ ਹੀ ਬੁੱਝਦੀ ਹੈ। ਕੋਈ ਉਹਨੂੰ ਸਮਝ ਨਹੀਂ ਪੈਂਦੀ, ਕਿਹੜੀ ਚੰਗੀ ਤਰ੍ਹਾਂ ਵਿਚਾਰ ਸਮਝਣੀ ਹੁੰਦੀ ਹੈ। ਕੋਈ ਅਕਲ ਹੀ ਨਹੀਂ ਕਿਸੇ ਤਰ੍ਹਾਂ ਕਰਕੇ ਆਉਂਦੀ। ਤੋ ਇੱਦਾਂ ਕਰਕੇ ਸਾਨੂੰ ਗੁਰੂ ਸਾਹਿਬ ਸਿੱਖਿਆ ਦੇ ਰਹੇ ਨੇ ਕਿ ਜਿਹੜੀ ਮਾੜੀ ਸੰਗਤ ਹੈ ਉਹਦੇ ਵਿੱਚੋਂ ਸਾਧ ਸੰਗਤ ਜੀ ਮਾੜਾ ਹੀ ਅਸਰ ਹੋਇਆ ਕਰਦਾ ਹੈ। ਕਿਸੇ ਵੀ ਪੱਖੋਂ ਲੈ ਲਓ, ਚਾਹੇ ਕੋਈ ਗਲਤ ਰਾਹ 'ਤੇ ਚੱਲਣ ਵਾਲੇ ਲੋਕ ਹੈ, ਜੇ ਉਹਨਾਂ ਦੇ ਮਗਰ ਲੱਗ ਗਏ ਤਾਂ ਆਪਾਂ ਵੀ ਗਲਤ ਰਾਹਾਂ 'ਤੇ ਹੀ ਚੱਲਾਂਗੇ। ਹੁਣ ਭੋਜਨ ਲੈ ਲਓ ਸੰਗਤ ਜੀ, ਭੋਜਨ ਜੇ ਉੱਲੀ ਲੱਗੀ ਹੋਈ ਹੈ ਉਹਨੂੰ ਖਾਧਾ, ਜਾਂ ਭੋਜਨ ਦੇ ਵਿੱਚ ਮੱਖੀ ਆ ਗਈ ਹੈ ਉਹ ਖਾਧੀ ਗਈ, ਅਤੇ ਖਾਂਦਿਆਂ ਸਾਰੀ ਦੱਸਦੇ ਕਿ ਉਲਟੀ ਆ ਜਾਂਦੀ ਹੈ। ਭੋਜਨ ਤਾਂ ਛਕਿਆ ਸੀ ਆਪਾਂ ਸੰਗਤ ਜੀ ਢਿੱਡ ਨੂੰ ਭਰਨ ਵਾਸਤੇ, ਪਰ ਜੇ ਗਲਤ ਖਾਧਾ ਜਾਵੇ ਤਾਂ ਫਿਰ ਬਦ ਹਜ਼ਮੀ ਹੋ ਜਾਂਦੀ ਹੈ। ਗਲਤ ਭੋਜਨ ਦੀ ਸੰਗਤ ਹੋ ਗਈ ਸਾਡੇ ਪੇਟ ਨੂੰ, ਪੇਟ ਖਰਾਬ ਹੋ ਗਿਆ ਉਸੇ ਸਮੇਂ ਹੀ। ਇਸੇ ਤਰ੍ਹਾਂ ਜੇ ਗਲਤ ਵਿਚਾਰਾਂ ਦੀ ਕੁਸੰਗਤ ਹੋ ਜਾਵੇ ਸਾਡੇ ਅੰਦਰ ਮਨ ਨੂੰ, ਤਾਂ ਸਾਡਾ ਮਨ ਫਿਰ ਗਲਤ ਹੋ ਜਾਂਦਾ ਹੈ। ਅਤੇ ਜੇ ਗਲਤ ਤਰ੍ਹਾਂ ਦੇ ਮਨੁੱਖਾਂ ਦੇ ਵਿੱਚ ਆਪਾਂ ਬਹਿਣ ਲੱਗ ਪਏ ਅਤੇ ਸਾਡਾ ਸਰੀਰ ਸੁਭਾਵਿਕ ਹੀ ਹੈ ਗਲਤ ਪਾਸੇ ਜਾਣ ਵਾਸਤੇ ਸਾਨੂੰ ਪ੍ਰੇਰੇਗਾ। ਇੱਦਾਂ ਸੰਗਤ ਦਾ ਬਹੁਤ ਅਸਰ ਹੋਇਆ ਕਰਦਾ ਹੈ। ਜਿਹੋ ਜਿਹੀ ਸੰਗਤ ਹੁੰਦੀ ਹੈ ਉਹੋ ਜਿਹੀ ਰੰਗਤ ਚੜ੍ਹ ਜਾਇਆ ਕਰਦੀ। ਤਾਂ ਸਿਆਣੇ ਦੱਸਦੇ ਹੈ ਕਿ ਭਲੇ ਮਨੁੱਖਾਂ ਦੀ ਸੰਗਤ ਕਰਿਆ ਕਰੋ, ਚੰਗਿਆਂ ਦੀ, ਉੱਥੋਂ ਕੋਈ ਚੰਗੀ ਗੱਲ ਮਿਲਦੀ ਹੈ। ਗੁਰਬਾਣੀ 'ਚ ਮਹਾਰਾਜ ਨੇ ਦੱਸਿਆ ਬੜਾ ਸੋਹਣੀ ਇੱਕ ਉਦਾਹਰਨ ਦੇ ਕੇ, ਸੱਚੇ ਪਾਤਸ਼ਾਹ ਜੀ ਕਹਿੰਦੇ ਸੱਤੀ ਪੈਰੀ ਸੱਤ ਭਲਾ ਬਹੀਐ ਪੜ੍ਹਿਆ ਪਾਸ। ਰਾਤ ਦਿਨ ਦੇ ਸਾਧ ਸੰਗਤ ਜੀ 8 ਪੈਰ ਹੁੰਦੇ ਹੈ। ਇੱਕ ਸਿੱਖ ਨੇ ਆ ਕੇ ਸਵਾਲ ਕੀਤਾ, ਮਹਾਰਾਜ ਤੁਸੀਂ ਕਿਹਾ ਕਿ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹੋ, ਨਾਮ ਜਪੋ, ਇਸ਼ਨਾਨ ਕਰੋ, ਸੰਗਤ ਕਰਿਆ ਕਰੋ। ਮਹਾਰਾਜ ਜੀ ਮੈਂ ਕਰਦਾ ਸਾਰਾ ਕੁਝ, ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਕੋਈ ਰਸ ਨਹੀਂ ਬਣ ਰਿਹਾ, ਕੋਈ ਜੀਵਨ ਵਿੱਚ ਤਰੱਕੀ ਨਹੀਂ ਹੋ ਰਹੀ, ਘਾਟਾ ਹੀ ਘਾਟਾ ਪਈ ਜਾਂਦਾ ਮਹਾਰਾਜ। ਤਾਂ ਸਾਡੀ ਵੀ ਜ਼ਿੰਦਗੀ ਸੰਗਤ ਜੀ ਐਸਾ ਬਹੁਤ ਵਾਰੀ ਕਿਤੇ ਆਉਂਦਾ, ਆਪਾਂ ਵੀ ਕਹਿੰਦੇ ਜੀ ਅਸੀਂ ਵੀ ਸਵੇਰੇ ਉੱਠ ਕੇ ਨਹਾਉਂਦੇ ਹੈ, ਗੁਰਦੁਆਰੇ ਜਾਂਦੇ ਹੈ, ਮੱਥਾ ਟੇਕਦੇ ਹੈ, ਧਰਮ ਦੇ ਕੰਮ ਕਰਦੇ ਵੀ ਹੈ, ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਕੋਈ ਲਾਭ ਨਹੀਂ ਮਿਲ ਰਿਹਾ, ਨੁਕਸਾਨ ਬਹੁਤਾ ਹੋ ਰਿਹਾ ਹੈ। ਫਿਰ ਇਹਦਾ ਕਾਰਨ ਕੀ ਹੈ? ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਾਸ ਕਿਸੇ ਸਿੱਖ ਨੇ ਸਵਾਲ ਕੀਤਾ ਸੀ ਇਹੋ ਜਿਹਾ ਹੀ, ਮਹਾਰਾਜ ਤੁਸੀਂ ਕਿਹਾ ਕਿ ਇੱਕ ਪਹਿਰ ਅੰਮ੍ਰਿਤ ਵੇਲੇ ਤੋਂ ਲੈ ਕੇ ਇੱਕ ਪਹਿਰ ਜਿਹੜਾ ਹੈ ਪਰਮਾਤਮਾ ਨੂੰ ਸਮਰਪਣ ਕਰ ਦਿਓ, ਉੱਠੋ, ਨਾਮ ਜਪੋ, ਬਾਣੀ ਪੜ੍ਹਿਆ ਕਰੋ। ਮਹਾਰਾਜ ਮੈਂ ਸਾਰਾ ਕੁਝ ਕਰਦਾ ਹਾਂ ਪਰ ਫਿਰ ਵੀ ਤਰੱਕੀ ਨਹੀਂ, ਇਹਦਾ ਕਾਰਨ ਦੱਸੋ। ਸੱਚੇ ਪਾਤਸ਼ਾਹ ਜੀ ਕਹਿੰਦੇ ਸਿੱਖਾ ਠੀਕ ਹੈ, ਤੂੰ ਇੱਕ ਪਹਿਰ ਉੱਠ ਕੇ ਨਾਮ ਜਪਦਾ, ਬਾਣੀ ਪੜ੍ਹਦਾ ਹੈ, ਜੋ ਤੁਹਾਨੂੰ ਦੱਸਿਆ ਉਹ ਤੂੰ ਕਰਦਾ ਹੈ, ਧਰਮ ਦੇ ਕੰਮ ਕਰਦਾ ਹੈ, ਪਰ ਮੈਨੂੰ ਇਹ ਦੱਸ ਕਿ ਜਿਹੜੇ ਬਾਕੀ ਦੇ 7 ਪਹਿਰ ਹੈ ਦਿਨ ਰਾਤ ਦੇ ਵਿੱਚ, ਉਹਨਾਂ 7 ਪਹਿਰਾਂ ਵਿੱਚ ਤੂੰ ਕੀ ਕਰਦਾ? ਇਹ ਜਦੋਂ ਸੁਣਿਆ ਤੇ ਫਿਰ ਦੱਸਿਆ ਕਿ ਮਹਾਰਾਜ ਮੈਂ ਤਾਂ ਫਿਰ ਆਹ ਕੁਝ ਕੰਮ ਕਰਦਾ ਹਾਂ। ਸੁਣ ਕੇ ਫਿਰ ਮਹਾਰਾਜ ਜੀ ਕਹਿੰਦੇ ਕਿ ਹੁਣ ਜਿਹੜਾ ਇੱਕ ਪੈਰ ਤੂੰ ਕਮਾਈ ਕੀਤੀ ਸੀ ਉਹ ਤਾਂ ਬਾਕੀ ਦੇ ਪੈਰਾਂ ਵਿੱਚ ਗਵਾ ਬੈਠਾ। ਜਿਹੜਾ ਸਿਆਣਾ ਬੰਦਾ ਹੁੰਦਾ ਹੈ, ਜੇਕਰ 4 ਪੈਸੇ ਉਹਨੇ ਕਮਾਏ ਹੈ ਤੇ ਉਹਦੇ ਨਾਲ ਸਾਰਾ ਖਰਚਾ ਕੱਢ ਕੇ ਕਰਦਾ ਤੇ ਕੁਝ ਫਿਰ ਜੋੜ ਵੀ ਲੈਂਦਾ ਹੈ ਨਾ, ਤੇ ਜੋੜ ਕੇ ਵੀ ਅੱਗੇ ਕਿਤੇ ਕੋਈ ਮੁਸੀਬਤ ਦਾ ਸਮਾਂ ਬਣ ਗਿਆ ਜਾਂ ਅੱਗੇ ਕੋਈ ਘਰ ਵਿੱਚ ਖੁਸ਼ੀ ਦਾ ਗਮੀ ਦਾ ਸਮਾਂ ਬਣਿਆ ਤੇ ਉਦੋਂ ਉਹ ਮਾਇਆ ਧੇਲਾ ਪੈਸਾ ਖਰਚ ਲਵਾਂਗੇ। ਤੇ ਕਹਿੰਦੇ ਜਿਹੜਾ ਬੰਦਾ ਲਿਆਵੇ ਘੱਟ ਤੇ ਖਰਚੇ ਬਹੁਤਾ, ਜਿਵੇਂ ਕਹਿੰਦੇ ਸੰਗਤ ਜੀ ਵੀ ਆਮਦਨੀ ਹੈਗੀ ਹੈ 98 ਤੇ ਖਰਚਾ ਹੈਗਾ ਰੁਪਈਆ, ਤੇ ਉਹ ਬੰਦਾ ਕਿਵੇਂ ਤਰੱਕੀ ਕਰੇ? ਮਹਾਰਾਜ ਜੀ ਕਹਿੰਦੇ ਸਿੱਖਾ ਇੱਕ ਪੈਰ ਤਾਂ ਤੂੰ ਧਰਮ ਦੇ ਪਾਸੇ ਲਾਇਆ ਤੇ ਬਾਕੀ ਜਿਹੜੇ 7 ਪੈਰ ਸੀ ਉਹ ਤੂੰ ਝੂਠ ਬੋਲਿਆ, ਠੱਗੀ ਮਾਰੀ, ਕਿਸੇ ਨਾਲ ਧੋਖਾ ਕੀਤਾ, ਕਿਸੇ ਨਾਲ ਛਲ ਫਰੇਬ ਕੀਤਾ ਹੈ, ਕਿਸੇ ਵੱਲ ਗਲਤ ਨਿਗਾਹ ਨਾਲ ਤੱਕਿਆ ਹੈ, ਲਾਲਚ ਕੀਤਾ ਹੈ, ਕ੍ਰੋਧ ਕੀਤਾ ਹੈ, ਕਾਮ ਦੀ ਵਾਸ਼ਨਾ ਵਿੱਚ ਲੱਗਾ ਰਿਹਾ ਹੈ, ਤੇ ਫਿਰ ਇਹ ਤੇਰਾ ਕਿਵੇਂ ਬਾਕੀ ਦਾ ਸਮਾਂ ਸਫਲ ਹੋਵੇ? ਮਹਾਰਾਜ ਫਿਰ ਦੱਸੋ ਉਹ ਵੀ ਕਿਵੇਂ ਸਫਲ ਹੋਵੇ? ਤਾਂ ਮਹਾਰਾਜ ਕਹਿੰਦੇ 7 ਪਹਿਰੀ
8 ਪੈਰਾਂ ਵਿੱਚੋਂ ਇੱਕ ਪੈਰ ਤਾਂ ਰੱਬ ਵਾਲੇ ਪਾਸੇ ਲਾਉਣਾ ਹੀ ਲਾਉਣਾ ਸਾਧ ਸੰਗਤ ਜੀ। ਜਿਹੜੇ ਬਾਕੀ ਦੇ 7 ਪੈਰ ਮਹਾਰਾਜ ਕਹਿੰਦੇ ਸੱਤੀ ਪਹਿਰੀ ਸੱਤ ਭਲਾ ਬਹੀਐ ਪੜ੍ਹਿਆਂ ਪਾਸ। ਜਿਹੜੇ ਕੁਝ ਪੜ੍ਹੇ ਲਿਖੇ ਹੈ ਨਾ, ਗੁਰਮਤਿ ਦੀ ਪੜ੍ਹਾਈ, ਬ੍ਰਹਮ ਵਿਦਿਆ, ਮਹਾਂਪੁਰਸ਼ ਜਿਹੜੇ ਆ ਉਹਨਾਂ ਦੇ ਕੋਲ ਜਾ ਕੇ ਬੈਠੀਏ। ਕਿਉਂ ਮਹਾਰਾਜ ਉਹਨਾਂ ਦੇ ਕੋਲੇ ਕਿਉਂ ਬੈਠੀਏ ਜਾ ਕੇ? ਸਤਿਗੁਰੂ ਜੀ ਕਹਿੰਦੇ ਉੱਥੇ ਪਾਪ ਪੁੰਨ ਵਿਚਾਰੀਐ। ਕਿਉਂਕਿ ਉਹਨਾਂ ਦੀ ਸੰਗਤ ਦੇ ਵਿੱਚ ਪਾਪਾਂ ਤੇ ਪੁੰਨਾਂ ਦੀ ਵਿਚਾਰ ਹੁੰਦੀ ਹੈ ਕਿ ਭਾਈ ਆਹ ਕਰਮ ਗਲਤ ਹੈ, ਇਹ ਮਨੁੱਖਾਂ ਵਾਸਤੇ ਨਹੀਂ ਹੈ। ਜੇ ਹੁਣ ਮਨੁੱਖ ਕਹਿੰਦੇ ਹੈ ਕਿ ਭਾਈ ਨਹੀਂ ਆਹ ਸਾਰਾ ਕੁਝ ਹੀ ਅਸੀਂ ਕਰਨਾ, ਜੇ ਬੰਦਿਆਂ ਨੇ ਕੀਤਾ ਤੇ ਹੋਰ ਕਿੰਨੇ ਕਰਨਾ ਹੈ। ਕਿ ਨਾਚ ਗਾਣੇ ਕੀ ਕੁਝ ਹੁੰਦਾ ਅੱਜ ਕੱਲ੍ਹ ਦੁਨੀਆ ਵਿੱਚ। ਹੁਣ ਨਾ ਪੁੱਛੋ ਕਿ ਭਾਈ ਇਸ ਧਰਤੀ ਦੇ ਉੱਤੇ ਜ਼ਹਿਰੀਲੀ ਬੂਟੀਆਂ ਵੀ ਹੁੰਦੀਆਂ ਨੇ, ਜ਼ਹਿਰ ਵੀ ਹੈਗਾ। ਹੁਣ ਉਹ ਕਿੰਨਾ ਕੁ ਖਾਂਦਾ ਕੋਈ। ਪੰਸਾਰੀ ਕੋਲ ਜਾਂਦੇ ਹੈ, ਉੱਥੇ ਸਾਧ ਸੰਗਤ ਜੀ ਸਭ ਤਰ੍ਹਾਂ ਦੀਆਂ ਦਵਾਈਆਂ ਦੇਸੀ ਜੜੀ ਬੂਟੀਆਂ ਮਿਲਦੀਆਂ ਹੈ ਨਾ, ਅਤੇ ਪੰਸਾਰੀ ਕੋਲ ਸੰਗਤ ਜੀ ਜ਼ਹਿਰ ਵੀ ਰੱਖਿਆ ਹੁੰਦਾ ਹੈ। ਹੁਣ ਜ਼ਹਿਰ ਕੌਣ ਖਰੀਦ ਕੇ ਲਿਆਉਂਦਾ ਭਲਾ? ਕਿੰਨਾ ਕੁਝ ਬਾਜ਼ਾਰੋਂ ਆਪਾਂ ਖਰੀਦਦੇ ਹਾਂ ਨਾ, ਜ਼ਹਿਰ ਤਾਂ ਨਹੀਂ ਨਾ ਕਦੀ ਕਿਸੇ ਨੇ ਖਰੀਦ ਕੇ ਲਿਆਂਦਾ ਵੀ ਜ਼ਹਿਰ ਵੀ ਖਾ ਲਈ। ਬਣਿਆ ਤਾਂ ਇਹ ਵੀ ਧਰਤੀ ਦੇ ਵਿੱਚੋਂ ਹੀ ਹੈ ਨਾ। ਜਦੋਂ ਹੇਮਕੁੰਡ ਸਾਹਿਬ ਵਾਲੇ ਪਾਸੇ ਜਾਈਏ ਨਾ, ਉਧਰ ਪਹਾੜਾਂ ਦੇ ਉੱਤੇ ਬੜੇ ਤਰ੍ਹਾਂ ਦੀ ਫੁਲਵਾੜੀ ਹੈ, ਬੜੇ ਤਰ੍ਹਾਂ ਦੀਆਂ ਬੂਟੀਆਂ ਨੇ। ਅਤੇ ਉਹਨਾਂ ਬੂਟੀਆਂ ਦੇ ਵਿੱਚੋਂ ਸੰਗਤ ਜੀ ਕੁਝ ਇਹੋ ਜਿਹੀਆਂ ਬੂਟੀਆਂ ਜਿਨ੍ਹਾਂ ਨੂੰ ਹੱਥ ਲਾਉਂਦਿਆਂ ਸਾਰ ਹੀ ਆਪਣੇ ਇਨਫੈਕਸ਼ਨ ਹੋ ਜਾਂਦੀ ਹੈ ਚਮੜੀ ਦੀ, ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹੈ। ਅਤੇ ਉੱਥੇ ਫਿਰ ਸਰਕਾਰ ਨੇ ਬੋਰਡ ਲਾਏ ਹੋਏ ਲਿਖ ਲਿਖ ਕਰਕੇ ਵੀ ਆਹ ਜਿਹੜੀ ਬੂਟੀ ਹੈ ਇਹਨੂੰ ਹੱਥ ਨਹੀਂ ਲਾਉਣਾ, ਇਹਦੇ ਨਾਲ ਆਹ ਨੁਕਸਾਨ ਹੋ ਜਾਂਦਾ ਹੈ। ਤੋ ਇੱਦਾਂ ਹੁਣ ਜੇ ਕਹੀਏ ਨਹੀਂ ਸਾਰਾ ਕੁਝ ਇੱਕੋ ਹੀ ਹੈ, ਅਤੇ ਆਹ ਵੀ ਬਨਸਪਤੀ ਹੈ, ਆਹ ਵੀ ਬਨਸਪਤੀ ਹੋਈ ਹੈ, ਸਾਰੀ ਧਰਤੀ 'ਚੋਂ ਹੀ ਪੈਦਾ ਹੋਇਆ, ਅਤੇ ਉਹ ਵੀ ਖਾ ਲਓ ਅਤੇ ਉਹ ਵੀ ਖਾ ਲਓ, ਅਤੇ ਫਿਰ ਉਹਦੇ ਨਾਲ ਨੁਕਸਾਨ ਹੈ ਨਾ। ਤੋ ਜਿਹੜੇ ਸਾਨੂੰ ਪਤਾ ਹੈ ਕਿ ਇਹ ਗਲਤ ਚੀਜ਼ ਹੈ, ਇਹ ਨਹੀਂ ਫੜਨੀ, ਇਹ ਨਹੀਂ ਵਰਤਣੀ ਹੈ, ਇਹ ਵਰਤਾਂਗੇ ਇਹਦੇ ਨਾਲ ਸਾਡੀ ਮੌਤ ਹੋਏਗੀ, ਨੁਕਸਾਨ ਹੋਏਗਾ ਸਾਡਾ। ਤੋ ਜਿਵੇਂ ਉੱਥੇ ਬਚਾਅ ਕਰਦੇ ਮਹਾਰਾਜ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਹੀ ਜਿਹੋ ਜਿਹੀ ਆਪਾਂ ਸੰਗਤ ਕਰਦੇ ਹਾਂ ਨਾ, ਉੱਥੇ ਬਚਾਅ ਕਰਿਆ ਕਰੋ। ਸਤੀ ਪੈਰੀ ਸੱਤ ਭਲਾ ਬਹੀਏ ਪੜ੍ਹਿਆਂ ਪਾਸ। ਉੱਥੇ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ। ਫਿਰ ਝੂਠ ਦੀ ਜਿਹੜੀ ਕਮਾਈ ਹੈ, ਰਾਸ਼ੀ ਹੈ, ਉਹ ਫਿਰ ਘਟ ਜਾਵੇਗੀ। ਇੱਦਾਂ ਸਤਿਪੁਰਸ਼ਾਂ ਦੀ ਸੰਗਤ ਕਰਨ ਦਾ ਲਾਭ ਫਿਰ ਪ੍ਰਾਪਤ ਹੁੰਦਾ ਹੈ। ਤੋ ਇੱਥੇ ਮਹਾਰਾਜ ਦੱਸਦੇ ਹੈ ਕਿ ਜਿਹੜੇ ਦੁਸ਼ਟ ਪੁਰਸ਼ ਹਨ, ਭੈੜੇ ਸੁਭਾਅ ਵਾਲੇ ਹੈ, ਅਤੇ ਉਹਨਾਂ ਦੀ ਜੇਕਰ ਸਭਾ ਦੇ ਵਿੱਚ ਕੋਈ ਜਾ ਕੇ ਬੈਠੇਗਾ ਤਾਂ ਉਹ ਮਤਾਂ ਜਾਣੋ ਕਿ ਹੁਣ ਸੰਗਤ ਜੀ ਉਹ ਤਰੱਕੀ ਕਰੇਗਾ ਕੋਈ। ਉਹ ਤਾਂ ਫਿਰ ਸਦਾ ਕੂੜ ਕਮਾਵ ਹੈ, ਉਹ ਤਾਂ ਝੂਠ ਹੀ ਝੂਠ ਸਦਾ ਬੋਲੇਗਾ, ਕਿਉਂਕਿ ਉਹਨੇ ਕੋਈ ਵਿਚਾਰ ਹੀ ਨਹੀਂ ਸੰਗਤ ਜੀ ਬੁੱਝਣੀ ਹੈ। ਕੀ ਸਮਝ ਪਾਵੇਗੀ ਉੱਥੇ? ਉਹ ਟੈਲੀਵਿਜ਼ਨ 'ਚ ਕੋਈ ਗਾਉਣੇ ਹੈ, ਕੋਈ ਨਾਚ ਕਰਦੇ ਹੈ, ਅਨੇਕਾਂ ਤਰ੍ਹਾਂ ਦੇ ਟੈਲੀਵਿਜ਼ਨਾਂ ਵਿੱਚ ਫਿਲਮਾਂ ਨਾਟਕ ਆਉਂਦੇ ਹੈ, ਕਿ ਉੱਥੋਂ ਸਾਨੂੰ ਕੋਈ ਸਿੱਖਿਆ ਮਿਲਦੀ ਸ਼ੁਭ? ਉਹ ਇੱਕ ਤੇ ਕੇਵਲ ਦੇ ਕੇਵਲ ਸਾਧ ਸੰਗਤ ਦੀ ਮਨੋਰੰਜਨ ਹੀ ਹੈ, ਉਹ ਉਦੋਂ ਇਲਾਵਾ ਹੋਰ ਕੁਝ ਨਹੀਂ ਹੈ। ਅਤੇ ਜੇ ਆਪਾਂ ਕਹੀਏ ਕਿ ਚਲੋ ਕੋਈ ਨਹੀਂ, ਕੁਝ ਸਮਾਂ ਮਨ ਦਾ ਪਰਚਾਵਾ ਵੀ ਕਰਨਾ ਚਾਹੀਦਾ, ਇਹਨਾਂ ਨੂੰ ਬਾਬਿਆਂ ਨੂੰ ਕੀ ਪਤਾ। ਅਤੇ ਉਹ ਜਿਹੜਾ ਮਨ ਪਰਚਾਵਾ ਆਪਾਂ ਕਰਦੇ ਹਾਂ ਸੰਗਤ ਜੀ, ਇਹ ਧਰਮ ਸਾਨੂੰ ਸਿੱਖਿਆ ਦਿੰਦਾ ਹੈ ਕਿ ਜੋ ਕੁਝ ਅੱਖਾਂ ਨਾਲ ਆਪਾਂ ਦੇਖਦੇ ਹਾਂ ਨਾ, ਇਹ ਅੱਖਾਂ ਸਾਡਾ ਕੈਮਰਾ ਨੇ। ਜਿਵੇਂ ਕੈਮਰਾ ਲਾਇਆ ਹੋਵੇ, ਅੱਜ ਕੱਲ੍ਹ ਕੈਮਰੇ ਲੱਗੇ ਹੈ, ਅਤੇ ਉਹਦੇ ਵਿੱਚ ਜੋ ਕੁਝ ਵੀ ਸਾਹਮਣੇ ਹੋ ਰਿਹਾ ਹੈ, ਸਾਰਾ ਕੁਝ ਉਹਦੇ ਵਿੱਚ ਹੀ ਕੈਚ ਹੁੰਦਾ ਜਾਂਦਾ ਹੈ ਨਾ। ਅੱਖਾਂ ਸਾਡਾ ਕੈਮਰਾ ਨੇ। ਜੋ ਕੁਝ ਇਹਨਾਂ ਅੱਖਾਂ ਨਾਲ ਆਪਾਂ ਦੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਜ਼ੁਬਾਨ ਨਾਲ ਬੋਲਦੇ ਹਾਂ, ਉਹ ਸਾਡੇ ਮਨ ਦੇ ਉੱਤੇ ਲਿਖਿਆ ਜਾ ਰਿਹਾ, ਉਹਦੀ ਫੋਟੋ ਖਿੱਚੀ ਜਾ ਰਹੀ ਹੈ, ਉਹ ਅੰਦਰ ਹੀ ਅੰਦਰ ਰਿਕਾਰਡਿੰਗ ਹੋ ਰਹੀ ਹੈ। ਉਹ ਗੱਲ ਵੱਖਰੀ ਹੈ ਕਿ ਸੰਗਤ ਜੀ ਉਹ ਅੰਦਰ ਹੀ ਅੰਦਰ ਪਈ ਰਹਿੰਦੀ ਹੈ। ਜਿਵੇਂ ਆਪਣੇ ਘਰ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੋਣਗੀਆਂ ਸਾਂਭੀਆਂ ਹੋਈਆਂ, ਅਤੇ ਪਰੰਤੂ ਸਾਨੂੰ ਉਹਦੇ ਬਾਰੇ ਪਤਾ ਕੁਝ ਨਹੀਂ ਹੋਣਾ ਵੀ ਕਿੱਥੇ ਕਿੱਥੇ ਰੱਖੀਆਂ ਨੇ। ਅਤੇ ਕਿਸੇ ਸਮੇਂ ਜਦੋਂ ਘਰ ਦੀ ਫੋਲਾ ਫਾਲੀ ਕਰਦੇ ਹਾਂ, ਅਤੇ ਫਿਰ ਉਹ ਪੁਰਾਣੀਆਂ ਚੀਜ਼ਾਂ ਲੱਭਦੀਆਂ ਕਿ ਹਾਂ ਲੈ ਆਹ ਚੀਜ਼ ਮੈਂ ਲੱਭਦਾ ਪਿਆ ਸਾਂ, ਇਹ ਇੱਥੇ ਪਈ ਹੈ। ਬਸ ਇਸੇ ਤਰ੍ਹਾਂ ਹੀ ਸਾਡੇ ਅੰਦਰ ਦੀ ਹਾਲਤ ਹੈ। ਜੋ ਕੁਝ ਅੱਖਾਂ ਨਾਲ ਦੇਖਦੇ ਹੈ, ਕੰਨਾਂ ਨਾਲ ਸੁਣਦੇ ਹੈ, ਜ਼ੁਬਾਨ ਨਾਲ ਬੋਲਦੇ ਹੈ, ਸਰੀਰ ਕਰਕੇ ਜਿੱਥੇ ਬੈਠਦੇ ਹੈ, ਇਹ ਸਾਰਾ ਕੁਝ ਸੰਗਤ ਦੀ ਸੰਸਕਾਰ ਬਣ ਕੇ ਸਾਡੇ ਹਿਰਦੇ ਦੇ ਅੰਦਰ ਲਿਖਿਆ ਜਾਂਦਾ, ਇਹਦੀ ਫੋਟੋ ਖਿੱਚੀ ਜਾ ਰਹੀ ਹੈ ਅੰਦਰ। ਕਈ ਵਾਰ ਆਪਾਂ ਸੁਪਨੇ 'ਚ ਦੇਖਦੇ ਹਾਂ ਨਾ, ਅਚਾਨਕ ਹੀ ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਦੇਖੀਆਂ, ਆਪਾਂ ਉੱਠ ਕੇ ਕਹਿੰਦੇ ਆਹ ਕੋਈ ਤਾਂ ਅੱਗੇ ਦੇਖਿਆ ਹੀ ਨਹੀਂ ਕਦੀ, ਮੈਂ ਇੱਥੇ ਕਦੀ ਗਿਆ ਹੀ ਨਹੀਂ ਸਾਂ।
ਨਹੀਂ ਸਾਧ ਸੰਗਤ ਜੀ ਉੱਥੇ ਗਏ ਹੁੰਨੇ ਆਪਾਂ। ਉਹ ਆਪਾਂ ਜੇ ਪ੍ਰਤੱਖ ਨਹੀਂ ਗਏ, ਉਹ ਅੱਖਾਂ ਨਾਲ ਟੈਲੀਵਿਜ਼ਨ 'ਚ ਕੁਝ ਦੇਖਿਆ ਹੋਵੇਗਾ, ਬਾਹਰ ਕੁਝ ਦੇਖਿਆ ਹੋਵੇਗਾ ਆਪਾਂ, ਜਾਂ ਫਿਰ ਪਿਛਲੇ ਜਨਮਾਂ ਦੀਆਂ ਕੋਈ ਸੰਸਕਾਰ ਹੁੰਦੇ ਹੈ, ਗਏ ਜ਼ਰੂਰ ਹੁੰਨੇ ਆਪਾਂ ਉੱਥੇ, ਅਤੇ ਉਹੀ ਸਾਡੇ ਅੰਦਰ ਫਿਰ ਸੁਪਨਾ ਬਣ ਕੇ ਆਉਂਦਾ ਹੁੰਦਾ ਹੈ। ਤੁਰੋ ਵਿਚਾਰ ਇਹਦਾ ਮਹਾਰਾਜ ਜੀ ਸਾਨੂੰ ਸਮਝਾ ਰਹੇ ਹੈ ਕਿ ਜੋ ਕੁਝ ਆਪਾਂ ਦੇਖਦੇ ਹਾਂ ਨਾ ਅੱਖਾਂ ਨਾਲ, ਇਹ ਸਾਡੇ ਅੰਦਰ ਉਕਰਿਆ ਜਾ ਰਿਹਾ। ਚਾਹੇ ਕੋਈ ਨਾਚ ਗਾਣਾ ਵੇਖਦਾ ਹੈ, ਕੋਈ ਨਾਟਕ ਫਿਲਮਾਂ ਦੇਖਦਾ ਹੈ, ਇਹ ਕੁਝ ਦੇਖੇਗਾ ਤਾਂ ਸੰਗਤ ਜੀ ਬੰਦਾ ਇਹੋ ਜਿਹਾ ਹੀ ਬਣੇਗਾ ਨਾ। ਫਿਰ ਮਤਾਂ ਜਾਣੀਏ ਕਿ ਉਹ ਕੋਈ ਸੂਰਬੀਰ ਯੋਧਾ ਬਣ ਜਾਵੇਗਾ। ਜੇ ਕੋਈ ਨੱਚਣ ਗਾਣੇ ਵਾਲੇ ਨੂੰ ਵੇਖਦਾ ਤਾਂ ਉਹ ਨਾਚਾ ਹੀ ਬਣੇਗਾ। ਫਿਰ ਜਿਹੋ ਜਿਹੀ ਸੰਗਤ ਹੈ ਉਹੋ ਜਿਹੀ ਰੰਗਤ ਚੜ੍ਹਨੀ ਹੈ। ਇੱਕ ਛੋਟਾ ਜਿਹਾ ਸੰਗਤ ਜੀ ਪ੍ਰਸੰਗ ਚੇਤੇ ਆ ਗਿਆ। ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਹਾਂਪੁਰਖਾਂ ਦੀ ਸਾਖੀ ਹੈ। ਉਹ ਸਾਡੇ ਜੀਵਨ ਨੂੰ ਬੜੀ ਸਵਾਰ ਦੇਵੇਗੀ। ਅਤੇ ਸਾਡੇ ਅੰਦਰ ਜਿਵੇਂ ਆਪਾਂ ਬੱਚਿਆਂ ਦੀ ਪਰਵਰਿਸ਼ ਕਰਦੇ ਹਾਂ, ਅਤੇ ਬਹੁਤ ਗਹਿਰਾ ਸੰਗਤ ਜੀ ਉਹਦਾ ਸੰਬੰਧ ਹੈ ਸਾਡੇ ਪਰਿਵਾਰ ਦੇ ਨਾਲ। ਕਹਿੰਦੇ ਕਿ ਇੱਕ ਕੋਈ ਮਹਾਂਪੁਰਖਾਂ ਦਾ ਸੇਵਕ ਸੀ, ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਹਾਂਪੁਰਸ਼ਾਂ ਦਾ। ਚੰਗਾ ਕਾਰੋਬਾਰ ਸੀ ਉਹਦਾ, ਅਤੇ ਬੜਾ ਧਰਮੀ ਬੰਦਾ ਸੀ। ਗੁਰੂ ਘਰ ਵਿੱਚ ਬੜੇ ਪਿਆਰ ਨਾਲ ਸੇਵਾ ਨਿਭਾਇਆ ਕਰਦਾ ਸੀ। ਅਤੇ ਸੇਵਾ ਨਿਭਾਉਂਦਿਆਂ ਘਰ ਦੇ ਵਿੱਚ ਬੱਚੇ ਦੀ ਦਾਤ ਪ੍ਰਾਪਤ ਹੋਈ। ਬੱਚਾ ਜਵਾਨ ਹੋਇਆ ਅਤੇ ਬੱਚਾ ਗਲਤ ਪਾਸੇ ਪੈ ਗਿਆ, ਨਸ਼ੇ ਪੱਤੇ ਵਾਲੇ ਪਾਸੇ ਨੂੰ। ਉਹ ਮਹਾਂਪੁਰਖਾਂ ਦੇ ਕੋਲੇ ਆਇਆ। ਬੜਾ ਉਹਨੇ ਜ਼ੋਰ ਲਾਇਆ, ਬੜੀ ਕੋਸ਼ਿਸ਼ ਕੀਤੀ ਬੱਚੇ ਨੂੰ ਮਾੜੇ ਪਾਸੇ ਤੋਂ ਬਚਾ ਲਈਏ, ਪਰ ਨਾ ਬਚਾ ਸਕਿਆ। ਅਖੀਰ ਸਾਧ ਸੰਗਤ ਜੀ ਉਹ ਬਾਬਾ ਅਤਰ ਸਿੰਘ ਮਹਾਂਪੁਰਖਾਂ ਦੇ ਕੋਲ ਆਇਆ, ਬੇਨਤੀ ਕੀਤੀ, ਮਹਾਂਪੁਰਖੋ ਕਿਰਪਾ ਕਰੋ, ਦਾਸਾਂ ਦੇ ਘਰ ਦੇ ਵਿੱਚ ਆਪਣੇ ਚਰਨ ਪਾਓ। ਸੋ ਮਹਾਂਪੁਰਖਾਂ ਦਾ ਇੰਨਾ ਦਿਆਲੂ ਸੁਭਾਅ ਸੀ, ਜਿਹੜਾ ਕੋਈ ਇੱਦਾਂ ਪਿਆਰ ਦੇ ਨਾਲ ਬੇਨਤੀ ਕਰਦਾ, ਉੱਦਾਂ ਹੀ ਉਹਦੇ ਘਰ ਸੰਗਤ ਜੀ ਚਲੇ ਜਾਂਦੇ ਹੁੰਦੇ ਸਨ। ਔਰ ਮਹਾਂਪੁਰਖ ਉਹਦੇ ਘਰ ਵਿੱਚ ਗਏ, ਉਹਨੇ ਸੇਵਾ ਕੀਤੀ। ਸੇਵਾ ਕਰਨ ਤੋਂ ਬਾਅਦ ਉਹਨੇ ਬੇਨਤੀ ਕੀਤੀ, ਮਹਾਂਪੁਰਖੋ ਵੀ ਗੱਲ ਇਹ ਹੈ ਕਿ ਅਸੀਂ ਦੋਨੇ ਜੀ ਤੁਹਾਡੀ ਸੰਗਤ ਕਰਦੇ ਹਾਂ, 2.5 ਘੰਟੇ ਦਾ ਨਿਤਨੇਮ ਵੀ ਕਰਦੇ ਹਾਂ, ਸੇਵਾ ਵੀ ਕਰਦੇ ਹਾਂ, ਸਾਰਾ ਦਿਨ ਇੱਦਾਂ ਹੀ ਸੇਵਾ ਸਿਮਰਨ ਵਿੱਚ ਲੰਘਦਾ ਹੈ। ਅਤੇ ਜੋ ਮਹਾਰਾਜ ਨੇ ਕਿਰਪਾ ਕੀਤੀ ਹੈ, ਕੋ ਕਿਰਤ ਬਖਸ਼ਿਸ਼ ਕੀਤੀ ਹੋਈ ਹੈ, ਉਹਦੇ ਵਿੱਚ ਦਸਵੰਧ ਵੀ ਕੱਢਦੇ ਹਾਂ, ਦਾਨ ਪੁੰਨ ਵੀ ਆਪ ਮਹਾਰਾਜ ਜੀ ਕਰਵਾਈ ਜਾਂਦੇ ਨੇ। ਪਰ ਫਿਰ ਵੀ ਮਹਾਰਾਜ ਇੱਕ ਬੜੀ ਗਮੀ ਲੱਗੀ ਹੋਈ ਹੈ। ਮਹਾਂਪੁਰਸ਼ ਕਹਿੰਦੇ, ਭਾਈ ਦੱਸੋ ਸਿੱਖੋ ਕੀ ਗੱਲ ਹੋਈ? ਕਹਿਣ ਲੱਗੇ ਜੀ ਜਿਹੜਾ ਘਰ ਦੇ ਵਿੱਚ ਬੱਚਾ ਹੈ ਇਹ ਨਸ਼ਾ ਕਰਨ ਲੱਗ ਪਿਆ, ਇਹ ਨਸ਼ਾ ਬਹੁਤ ਜ਼ਿਆਦਾ ਕਰਦਾ ਹੈ, ਅਤੇ ਅਸੀਂ ਇਹਨੂੰ ਬੜਾ ਹਟਾਉਣ ਦੀ ਕੋਸ਼ਿਸ਼ ਕਰਦੇ ਹਾਂ, ਇਹ ਹਟਦਾ ਨਹੀਂ, ਅਤੇ ਆਪ ਕਿਰਪਾ ਕਰੋ ਇਹ ਬੱਚਾ ਵੀ ਗੁਰਸਿੱਖੀ ਵਿੱਚ ਆਵੇ। ਅਤੇ ਮਹਾਂਪੁਰਖ ਕਹਿੰਦੇ ਕੋਈ ਨਹੀਂ ਭਾਈ, ਗੁਰੂ ਭਲੀ ਕਰੇਗਾ। ਇਹ ਤਾਂ ਗੱਲਬਾਤ ਹੋਈ, ਅਤੇ ਉਹਨੇ ਫਿਰ ਕਿਹਾ, ਮਹਾਂਪੁਰਖੋ ਆਓ ਮੈਂ ਤੁਹਾਡੇ ਸਾਰੇ ਘਰ ਵਿੱਚ ਚਰਨ ਪਵਾਉਣੇ ਚਾਹੁੰਦਾ। ਮਹਾਂਪੁਰਖਾਂ ਨੂੰ ਲੈ ਕੇ ਸੰਗਤ ਜੀ ਇਕੱਲੇ ਕਮਰੇ ਵਿੱਚ ਗਿਆ। ਇੱਕ ਕਮਰੇ ਵਿੱਚ ਜਦੋਂ ਗਏ ਅਤੇ ਉੱਥੇ ਇੱਕ ਅੰਗਰੇਜ਼ ਗੋਰੇ ਦੀ ਫੋਟੋ ਲੱਗੀ ਹੋਈ ਸੀ। ਉਹਦੇ ਹੱਥ ਦੇ ਵਿੱਚ ਇੱਕ ਸਿਗਰਟ ਬੀੜੀ ਫੜੀ ਹੋਈ ਸੀ। ਪੁਰਾਣੇ ਸਮੇਂ ਜਿਹੜੇ ਗੋਰੇ ਸੰਗਤ ਜੀ ਪੀਂਦੇ ਹੁੰਦੇ ਸਨ, ਉਹਦੀ ਫੋਟੋ ਲੱਗੀ ਹੋਈ ਸੀ। ਮਹਾਂਪੁਰਖਾਂ ਨੇ ਕਿਹਾ, ਭਾਈ ਆਹ ਜਿਹੜਾ ਕਮਰਾ ਹੈ ਇਹ ਕਿਹਦਾ ਹੈ? ਉਹ ਕਹਿਣ ਲੱਗਾ, ਜੀ ਇਹ ਸਾਡਾ ਕਮਰਾ ਹੈ। ਮਹਾਂਪੁਰਖ ਕਹਿੰਦੇ ਕਿ ਜਦੋਂ ਬੱਚੇ ਦਾ ਜਨਮ ਹੋਣਾ ਸੀ, ਉਸ ਸਮੇਂ ਤੁਹਾਡੇ ਘਰੋਂ ਜਿਹੜੀ ਬੀਬੀ ਹੈ ਕਿੱਥੇ ਰਹਿੰਦੀ ਹੁੰਦੀ ਸੀ? ਕਹਿੰਦੇ ਮਹਾਂਪੁਰਖੋ ਇਸੇ ਕਮਰੇ ਦੇ ਵਿੱਚ ਪੈਂਦੀ ਹੁੰਦੀ ਸੀ। ਅਤੇ ਕਹਿੰਦੇ ਆਹ ਫੋਟੋ ਜਿਹੜੀ ਹੈ ਇਹ ਉਦੋਂ ਦੀ ਲੱਗੀ ਹੋਈ? ਕਹਿੰਦੇ ਹਾਂਜੀ, ਇਹ ਬੜੀ ਪੁਰਾਣੀ ਫੋਟੋ ਮਹਾਂਪੁਰਖੋ ਸਾਡੇ ਘਰ ਵਿੱਚ ਲੱਗੀ ਹੋਈ ਹੈ। ਅਤੇ ਕਹਿੰਦੇ ਬਸ ਇਹ ਫੋਟੋ ਦਾ ਹੀ ਅਸਰ ਹੈ ਤੇਰੇ ਫਿਰ ਬੱਚੇ 'ਤੇ। ਬੜਾ ਹੈਰਾਨ ਹੋਇਆ ਜੀ, ਇਹ ਕੀ ਗੱਲ ਹੋ ਗਈ? ਫੋਟੋ ਦਾ ਅਸਰ ਕਿਵੇਂ ਹੋ ਗਿਆ ਬੱਚੇ 'ਤੇ? ਕਹਿੰਦੇ ਕਿ ਜਿਸ ਸਮੇਂ ਬੱਚਾ ਮਾਤਾ ਦੇ ਪੇਟ ਦੇ ਵਿੱਚ ਹੁੰਦਾ ਹੈ ਅਤੇ ਉਸ ਸਮੇਂ ਬੱਚਾ ਕਹਿੰਦੇ ਕਿ ਪ੍ਰਮਾਤਮਾ ਦੀ ਬੰਦਗੀ ਕਰਦਾ ਹੁੰਦਾ, ਅਤੇ ਜਿਹੜੀ ਮਾਂ ਹੈ ਉਹਨੇ ਹੀ ਬੱਚੇ ਦੇ ਅੰਦਰ ਸੰਸਕਾਰ ਬਣਾਉਣੇ ਹੁੰਦੇ ਨੇ, ਅਤੇ ਜੋ ਕੁਝ ਮਾਂ ਉਸ ਸਮੇਂ ਖਾਂਦੀ ਹੈ ਪੀਂਦੀ ਹੈ ਉਹਦਾ ਅਸਰ ਬੱਚੇ ਦੇ ਉੱਤੇ ਹੁੰਦਾ ਹੈ। ਇਕੱਲਾ ਖਾਣ ਪੀਣ ਦੇ ਨਾਲ ਨਹੀਂ, ਜੋ ਕੁਝ ਸੋਚਦੀ ਹੈ, ਜੋ ਕੁਝ ਦੇਖਦੀ ਹੈ, ਉਹਦਾ ਵੀ ਅਸਰ ਬੱਚੇ 'ਤੇ ਹੁੰਦਾ ਹੈ।
ਤੋ ਕਹਿੰਦੇ ਕਿ ਤੇਰੇ ਘਰੋਂ ਭਾਈ ਜਿਹੜੀ ਬੀਬੀ ਹੈ ਉਹ ਜਦੋਂ ਸਵੇਰੇ ਉੱਠਦੀ ਸੀ ਤੇ ਉੱਠਦਿਆਂ ਸਾਰੀ ਉਹਦੇ ਮੱਥੇ ਤੇ ਜਿਹਨੇ ਹੱਥ ਦੇ ਵਿੱਚ ਨਸ਼ਾ ਫੜਿਆ ਹੋਇਆ, ਤੰਬਾਕੂ ਬੀੜੀ ਫੜੀ ਹੋਈ ਹੈ, ਇਹ ਉਹਦੇ ਉੱਠਦਿਆਂ ਸਾਰੀ ਮੱਥੇ ਲੱਗਿਆ ਕਰਦਾ ਹੁੰਦਾ ਸੀ। ਤੇ ਜਿਹੜਾ ਉੱਠਦਿਆਂ ਸਾਰੀ ਕਹਿੰਦੇ ਮੱਥੇ ਲੱਗੇ ਤੇ ਉਹਦਾ ਬਹੁਤਾ ਜ਼ਿਆਦਾ ਸੰਸਕਾਰ ਪੈ ਜਾਂਦਾ ਅੰਦਰ। ਉਹਦੇ ਕਾਰਨ ਕਹਿੰਦੇ ਤੇਰਾ ਜਿਹੜਾ ਬੱਚਾ ਹੈ ਇਹ ਸੰਸਕਾਰ ਪੈਂਦੇ ਰਹੇ, ਚਾਹੇ ਸਾਡਾ ਦਿਲ ਨਹੀਂ ਸੀ ਕਿ ਇਹ ਪਾਸੇ ਪਵੇ, ਪਰੰਤੂ ਫਿਰ ਵੀ ਸੂਖਸ਼ਮ ਰੂਪ ਹੋ ਕਰਕੇ ਉਹ ਸੰਸਕਾਰ ਅੰਦਰ ਪੈਂਦੇ ਰਹੇ। ਤੇ ਹੁਣ ਜਦੋਂ ਬੱਚੇ ਨੂੰ ਬਾਹਰ ਉਹੋ ਜਿਹਾ ਮਾਹੌਲ ਮਿਲ ਗਿਆ ਤੇ ਜਿਹੜੇ ਅੰਦਰ ਦੱਬੇ ਹੋਏ ਸੰਸਕਾਰ ਸੀ ਉਹ ਫਿਰ ਪ੍ਰਗਟ ਹੋ ਗਏ। ਇੱਦਾਂ ਸੰਗਤ ਜੀ ਕਹਾਣੀ ਅੱਗੇ ਤੋਂ ਅੱਗੇ ਬਣਦੀ ਹੈ। ਤਾਂ ਕਿਹਾ ਜਾਂਦਾ ਸਿੱਖੀ ਬੜੀ ਬਰੀਕ ਹੈ, ਖੰਡੇ ਨਾਲੋਂ ਵੀ ਤਿੱਖੀ ਮੰਨੀ ਜਾਂਦੀ ਹੈ। ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਵਿਚਾਰਨੀਆਂ ਹੁੰਦੀਆਂ ਹੈ ਤਾਂ ਬੜੀਆਂ ਔਖੀਆਂ ਨੇ, ਪਰੰਤੂ ਗੁਰੂ ਕਿਰਪਾ ਕਰੇ ਜੇ ਆਪਾਂ ਸੰਗਤ ਕਰਦੇ ਰਹਿੰਦੇ ਹਾਂ ਆਪਣੇ ਬੱਚਿਆਂ ਨੂੰ ਕਰਾਉਂਦੇ ਰਹਿੰਦੇ ਹਾਂ ਸੰਗਤ, ਤਾਂ ਫਿਰ ਹੌਲੀ ਹੌਲੀ ਇਹ ਅਸਰ ਸਾਡੀ ਜ਼ਿੰਦਗੀ ਦੇ ਉੱਤੇ ਹੋਣ ਲੱਗ ਪੈਂਦਾ ਹੈ। ਸਫਲਤਾ ਵਾਲੇ ਪਾਸੇ ਆਪਾਂ ਵਧਣਾ ਸ਼ੁਰੂ ਕਰ ਦਿੰਦੇ ਹਾਂ। ਤੋ ਇਸ ਪ੍ਰਕਾਰ ਸਾਧ ਸੰਗਤ ਜੀ ਜੋ ਕੁਝ ਵੀ ਆਪਾਂ ਅੱਖਾਂ ਨਾਲ ਦੇਖਦੇ ਹਾਂ ਉਹਦਾ ਅਸਰ ਸਾਡੇ ਮਨ ਦੇ ਅੰਦਰ ਬੜਾ ਗਹਿਰਾ ਹੋਇਆ ਕਰਦਾ ਹੈ। ਤੇ ਜੇ ਹੁਣ ਆਪਾਂ ਕੋਈ ਗਲਤ ਪਾਸੇ ਲੱਗੇ ਹੋਏ ਹਾਂ ਜਾਂ ਸਾਡਾ ਕੋਈ ਪਰਿਵਾਰਕ ਮੈਂਬਰ ਕੋਈ ਗਲਤ ਪਾਸੇ ਲੱਗਾ ਹੋਇਆ ਹੈ ਜਾਂ ਕੋਈ ਬੱਚਾ ਸਾਡਾ ਗਲਤ ਪਾਸੇ ਜਾ ਰਿਹਾ ਹੈ ਤਾਂ ਉਹਦਾ ਕਾਰਨ ਵੀ ਕਿਤੇ ਨਾ ਕਿਤੇ ਕੋਈ ਸੀ। ਐਵੇਂ ਨਹੀਂ ਕੋਈ ਗਲਤ ਪਾਸੇ ਲੱਗ ਜਾਂਦਾ, ਨਹੀਂ ਤਾਂ ਕਈ ਸੰਗਤ ਜੇ ਫੁੱਲ ਨੇ ਉਹਦਾ ਕੰਡਿਆਂ ਦੇ ਵਿੱਚ ਹੀ ਖਿੜਦੇ ਹੈ ਨਾ, ਚਾਰੇ ਪਾਸੇ ਕੰਡੇ ਲੱਗੇ ਹੁੰਦੇ ਨੇ ਫਿਰ ਵੀ ਫੁੱਲ ਖਿੜ ਜਾਂਦੇ ਹੈ। ਪਰ ਫਿਰ ਵੀ ਕਈਆਂ 'ਤੇ ਬੜਾ ਜ਼ਿਆਦਾ ਇਹ ਮਾੜੀ ਸੰਗਤ ਦਾ ਅਸਰ ਹੁੰਦਾ। ਤੋ ਕਾਰਨ ਇਹੀ ਹੈ ਕਿ ਜੋ ਕੁਝ ਆਪਾਂ ਦੇਖਦੇ ਹਾਂ, ਬੋਲਦੇ ਹਾਂ, ਸੁਣਦੇ ਹਾਂ, ਜਿਹੋ ਜਿਹੀ ਸੰਗਤ ਵਿੱਚ ਰਹਿੰਦੇ ਹਾਂ ਉਹ ਸਾਡੇ ਅੰਦਰ ਸੰਸਕਾਰ ਬਣਦੇ ਜਾਂਦੇ ਹੈ। ਅਤੇ ਜਦੋਂ ਉਹੋ ਜਿਹਾ ਮਾਹੌਲ ਬਾਹਰ ਬਣ ਜਾਂਦਾ ਹੈ ਤਾਂ ਫਿਰ ਉਹ ਪ੍ਰਗਟ ਹੋ ਜਾਂਦੇ ਹੈ। ਜਿਵੇਂ ਹੁਣ ਡੱਬੀ ਦੀ ਆਪਾਂ ਲਾਈਏ ਤੀਲਾਂ ਵਾਲੀ ਡੱਬੀ ਹੁੰਦੀ ਹੈ ਮਾਚਿਸ, ਹੁਣ ਇਹਦੇ ਵਿੱਚ ਸੰਗਤ ਦੀ ਡੱਬੀ ਪਈ ਪਈ ਰਵੇ, ਚਾਹੇ ਮਹੀਨਾ ਸਾਲ ਪਈ ਰਵੇ, ਪਰ ਜਦੋਂ ਹੀ ਉਹ ਤੀਲ ਆਪਾਂ ਕੱਢ ਕੇ ਘਸਾਈ ਹੈ ਬਾਹਰ, ਉਹਦੇ 'ਤੇ ਮਸਾਲਾ ਰਗੜਿਆ ਹੈ, ਉਸੇ ਸਮੇਂ ਉਹਦੇ ਵਿੱਚੋਂ ਅੱਗ ਪ੍ਰਗਟ ਹੋ ਗਈ। ਚਾਹੇ ਪਈ ਸੰਗਤ ਜੀ ਲਿਆ ਕਰਕੇ ਆਪਾਂ ਬੜੀ ਸਾਫ਼ ਥਾਂ 'ਤੇ ਰੱਖੀ ਹੋਈ ਹੈ, ਚਾਹੇ ਲੱਕੜਾਂ ਦੇ ਵਿੱਚ ਡੱਬੀ ਪਈ ਹੋਈ ਹੈ, ਰੂੰ ਦੇ ਵਿੱਚ ਰੱਖੋ ਡੱਬੀ, ਚਾਹੇ ਉਹਨਾਂ ਚਿਰ ਨਹੀਂ ਕੁਝ ਵੀ ਕਰਦੀ। ਪਰ ਇਹ ਕਹੀ ਕਿ ਡੱਬੀ ਹੁਣ ਸਾਲ ਹੋ ਗਿਆ ਰੂੰ ਦੇ ਵਿੱਚ ਪਈ ਹੈ ਅਤੇ ਹੁਣ ਇਹਨੇ ਆਪਣਾ ਸੁਭਾਅ ਬਦਲ ਲਿਆ ਹੋਣਾ, ਐਸਾ ਨਹੀਂ ਹੁੰਦਾ। ਬਸ ਜਿਉਂ ਹੀ ਕੱਢੀ ਅਤੇ ਉਹਨੂੰ ਤੀਲ ਨੂੰ ਘਸਾਇਆ, ਉਸੇ ਸਮੇਂ ਉਹਨੇ ਆਪਣਾ ਰੰਗ ਦਿਖਾ ਦਿੱਤਾ, ਕਿਉਂਕਿ ਉਹਨੂੰ ਬਸ ਲੋੜ ਸੀ ਘਸਾਉਣ ਦੀ। ਜਦੋਂ ਮਸਾਲੇ ਦੀ ਰਗੜ ਵੱਜ ਗਈ, ਬਾਹਰੋਂ ਉਹਨੂੰ ਮਸਾਲਾ ਮਿਲ ਗਿਆ, ਉਹਨੇ ਆਪਣੇ ਵਿੱਚੋਂ ਅੱਗ ਪ੍ਰਗਟ ਕਰ ਦਿੱਤੀ। ਬਸ ਐਂ ਹੀ ਸੰਗਤ ਜੀ ਸਾਡੇ ਅੰਦਰ ਸੰਸਕਾਰ ਲੁਕੇ ਹੁੰਦੇ ਹੈ। ਜੋ ਕੁਝ ਟੈਲੀਵਿਜ਼ਨਾਂ 'ਚ ਮੋਬਾਇਲਾਂ 'ਚ ਅੱਜ ਕੱਲ੍ਹ ਆਪਾਂ ਦੇਖਦੇ ਹਾਂ, ਸਾਡੇ ਬੱਚੇ ਦੇਖਦੇ ਹੈ, ਚਾਹੇ ਉਸ ਸਮੇਂ ਉਹ ਨਹੀਂ ਕੁਝ ਕਰਦੇ, ਆਪਾਂ ਵੀ ਕਹਿ ਦਿੰਦੇ ਹਾਂ ਤੇ ਲੈ ਕੀ ਹੋ ਗਿਆ ਜੇ ਬੱਚਿਆਂ ਨੇ ਕੁਝ ਵੇਖ ਲਿਆ ਟੀਵੀ, ਭੰਗੜੇ ਕੋਈ ਪਾਉਂਦੇ ਆ ਕੁੜੀਆਂ ਜਾਂ ਮੁੰਡੇ, ਕੋਈ ਗਾਣੇ ਗਾਉਂਦੇ ਆ ਕਲਾਕਾਰ, ਕਿ ਦੇਖ ਲਿਆ ਤੇ ਕੀ ਹੋ ਗਿਆ, ਤਾਂ ਮਨੋਰੰਜਨ ਹੀ ਹੈ ਨਾ। ਪਰ ਸਮਾਂ ਪਾ ਕੇ ਜਦੋਂ ਬਾਹਰ ਉਹੋ ਜਿਹਾ ਸੰਗਤ ਜੀ ਮਾਹੌਲ ਬਣ ਜਾਂਦਾ ਹੈ ਨਾ, ਤਾਂ ਉਸ ਸਮੇਂ ਫਿਰ ਉਹ ਪ੍ਰਗਟ ਹੋ ਜਾਂਦਾ ਹੈ ਅਤੇ ਤਦੋਂ ਫਿਰ ਪਛਤਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਦਾ। ਇਸ ਕਰਕੇ ਸਦਾ ਗੁਰੂ ਕੇ ਦਰਬਾਰ ਦੇ ਵਿੱਚ ਇਹੀ ਅਰਦਾਸ ਬੇਨਤੀ ਕਰਦੇ ਰਹੀਏ, ਮਹਾਰਾਜ ਕਿਰਪਾ ਕਰੋ ਸਾਨੂੰ ਵੀ ਔਰ ਸਾਡੇ ਬੱਚਿਆਂ ਨੂੰ ਵੀ ਸੰਗਤ ਬਖਸ਼ਿਸ਼ ਕਰੋ ਆਪਣੀ। ਤਾਂ ਕਿਹਾ ਜਾਂਦਾ ਵਾਰ-ਵਾਰ ਕਿ ਸੰਗਤ ਕਰਿਆ ਕਰੋ, ਸਾਧ ਸੰਗਤ ਕਰਿਆ ਕਰੋ, ਇਹਦਾ ਬੜਾ ਜ਼ਿਆਦਾ ਪ੍ਰਭਾਵ ਪੈਂਦਾ ਸਾਡੇ ਜੀਵਨ ਉੱਤੇ। ਤੋ ਇੱਥੇ ਮਹਾਰਾਜ ਦੱਸਿਆ ਕਿ ਜਿਹੜੀ ਤਾਂ ਹੈ ਦੁਸ਼ਟ ਪੁਰਸ਼ਾਂ ਦੀ ਚੌਂਕੜੀ ਸਭਾ ਮੰਡਲੀ ਹੈ, ਜਿਹੜੇ ਉਹਨਾਂ 'ਚ ਲੱਗ ਜਾਂਦੇ ਉਹ ਸਦਾ ਝੂਠ ਹੀ ਕਮਾਉਂਦੇ ਹੈ। ਅਤੇ ਫਿਰ ਗੁਰੂ ਦੇ ਸ਼ਬਦ ਜੇ ਕਹੀਏ ਹੁਣ ਵਿਚਾਰ ਬੁੱਝ ਲੈਣ, ਸਮਝ ਲੈਣ ਤਾਂ ਮੁਸ਼ਕਿਲ ਹੈ। ਜਿਵੇਂ ਸੰਗਤ ਜੀ ਹੁਣ ਅੱਗ ਬਾਲ ਕੇ ਉੱਤੇ ਪਤੀਲੇ 'ਚ ਪਾਣੀ ਪਾ ਕੇ ਰੱਖ ਦਿੱਤਾ ਅਤੇ ਪਾਣੀ ਹੋ ਗਿਆ ਪੂਰਾ ਗਰਮ, ਉਬਲਣ ਲੱਗ ਪਿਆ, ਅੱਗ ਥੱਲੇ ਪੂਰੀ ਮਚਾਈ ਹੋਈ ਹੈ। ਹੁਣ ਆਖੀਏ ਕਿ ਅੱਗ ਵੀ ਆਪਾਂ ਕੱਢਣੀ ਨਹੀਂ ਹੈ ਅਤੇ ਪਾਣੀ ਨੂੰ ਕਹੀਏ ਪਾਣੀ ਤੂੰ ਠੰਡਾ ਹੋ ਜਾ, ਇਹ ਕਿਵੇਂ ਹੋ ਜੂ? ਔਖਾ ਹੈ ਨਾ। ਜਿਵੇਂ ਘਿਓ ਹੈ, ਘਿਓ ਨੂੰ ਅੱਗ ਲਾਗੇ ਲਿਆ ਕੇ ਰੱਖ ਦਿੱਤਾ ਅਤੇ ਕਹੀਏ ਕਿ ਘਿਓ ਹੁਣ ਤੂੰ ਜੰਮਿਆ ਹੀ ਰਹਿ, ਪਿਘਲੀ ਨਾ, ਇੱਦਾਂ ਤਾਂ ਨਹੀਂ ਨਾ ਹੋ ਸਕਦਾ। ਬਸ ਇੱਦਾਂ ਹੀ ਸਾਧ ਸੰਗਤ ਜੀ, ਜੇ ਮਾੜੇ ਪਾਸੇ ਬੰਦਾ ਪਹਿਲਾਂ ਲੱਗਾ ਰਿਹਾ
ਤੇ ਆਖੀਏ ਕਿ ਬੁਰੇ ਪਾਸੇ ਤਾਂ ਲੱਗਾ ਹੈ ਪਰ ਬੁਰਾ ਕੰਮ ਨਾ ਕਰੇ, ਇੱਜ਼ਤ ਨਾ ਖਰਾਬ ਹੋਵੇ, ਇਹ ਕਿਵੇਂ ਹੋਵੇ? ਹੁਣ ਜੇ ਬੁਰੇ ਪਾਸੇ ਲੱਗਾ ਤਾਂ ਇੱਜ਼ਤ ਤਾਂ ਖਰਾਬ ਹੋਣੀ ਹੀ ਹੋਣੀ ਹੈ ਨਾ। ਇਸ ਕਰਕੇ ਮਹਾਰਾਜ ਜੀ ਸਾਨੂੰ ਸਮਝਾ ਰਹੇ ਹੈ ਕਿ ਉਦੋਂ ਨਹੀਂ ਕੋਈ ਭਾਈ ਵਿਚਾਰ ਸੁੱਝਦੀ, ਫਿਰ ਬੰਦੇ ਨੂੰ